ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ गुरु मान्यो ग्रंथ। गुरु ग्रंथ जी मान्यो प्रगट गुरां की देह, जो प्रभ को मिलबो चाहे खोज शब्द में लेह। गुरु प्यारी साध संगत जीओ, आओ सब तो पहला धन धन साहिब श्री गुरु ग्रंथ साहिब जी महाराज सच्चे पातशाह, तुम हो सब राजन के राजा, आपे आप गरीब नवाजा। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਣਾ ਸੀਸ ਝੁਕਾਈਏ, ਸਤਿਗੁਰੂ ਸਾਹਿਬ ਜੀ ਨੂੰ ਨਤਮਸਤਕ ਹੋਈਏ, ਸਤਿਗੁਰੂ ਸਾਹਿਬ ਜੀ ਨੂੰ ਪ੍ਰਣਾਮ ਬੰਦਨਾ ਨਮਸਕਾਰ ਮੱਥਾ ਟੇਕੀਏ ਤੇ ਪਹਿਲਾਂ ਗੁਰੂ ਸਾਹਿਬ ਜੀ ਨੂੰ ਇੱਕ ਵਾਰੀ ਫਤਿਹ ਬੁਲਾਈਏ। ਸਤਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪੋਹ ਦਾ ਮਹੀਨਾ ਪ੍ਰਵੇਸ਼ ਕੀਤਾ ਹੈ, ਸੰਗਰਾਂਦ ਦਾ ਦਿਨ ਹੈ ਤੇ ਗੁਰੂ ਸਾਹਿਬ ਜੀ ਕਿਰਪਾ ਕਰਕੇ ਅਕਾਲ ਚੈਨਲ ਤੋਂ ਅੱਜ ਦੇ ਮਹੀਨਾਵਾਰੀ ਗੁਰਮਤਿ ਸਮਾਗਮ ਦੀ ਸਤਿਗੁਰੂ ਜੀ ਸੇਵਾ ਲੈ ਰਹੇ ਹਨ। ਸ਼ੁਰੂਆਤ ਆਪਾਂ ਕਰਾਂਗੇ ਮਹੀਨੇ ਦੀ ਕਥਾ ਤੋਂ, ਬਾਅਦ ਵਿੱਚ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਸ਼ਾਂਤ ਇਟਲੀ ਵਾਲੇ, ਉਹ ਆਪ ਜੀ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ। ਉਪਰੰਤ ਆਪਾਂ ਸਮੁੱਚੇ ਸੰਸਾਰ ਵਾਸਤੇ ਸਰਬੱਤ ਸੰਗਤਾਂ ਵਾਸਤੇ ਅਰਦਾਸ ਵੀ ਮਹਾਰਾਜ ਦੀ ਹਜ਼ੂਰੀ ਵਿੱਚ ਕਰਾਂਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 10:30 ਵਜੇ ਤੱਕ ਦੀਵਾਨ ਸਜਣਾ ਹੈ। ਉਪਰੰਤ ਆਨੰਦ ਸਾਹਿਬ ਜੀ ਦਾ ਗਾਇਨ ਅਤੇ ਅਰਦਾਸ ਹੋਣੀ ਹੈ। ਆਪ ਜੀ ਅੱਜ ਦੀ ਅਰਦਾਸ ਵਿੱਚ ਸ਼ਾਮਲ ਹੋਵੋ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਅੱਜ ਅਰਦਾਸ ਕਰਵਾਉਣੀ ਹੈ, ਅਰਦਾਸ ਦੇ ਵਿੱਚ ਸ਼ਾਮਲ ਹੋਣਾ, ਉਹ ਆਪਣੇ ਨਾਮ ਲਿਖਵਾ ਸਕਦੇ ਹੋ, ਆਪਣੀ ਅਰਦਾਸ ਲਿਖਾ ਸਕਦੇ ਹੋ। ਆਪ ਜੀ ਸੇਵਾ ਵੀ ਲੈ ਸਕਦੇ ਹੋ। ਇਹ ਚਾਹ ਪਾਣੀ ਦੇ ਇਹ ਸੇਵਾ ਗੁਰੂ ਕੇ ਲੰਗਰ ਦੀ ਸੇਵਾ ਹੈ। ਅੱਜ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਵੀ ਅਜੇ ਤੱਕ ਕਿਸੇ ਪਰਿਵਾਰ ਵੱਲੋਂ ਨਹੀਂ ਆਈ, ਸੋ ਆਪ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਵੀ ਸੇਵਾ ਲਵੋ। ਰਾਗੀ ਜਥੇ ਆ ਰਹੇ ਨੇ, ਉਹਨਾਂ ਦੀ ਸੇਵਾ ਲਵੋ। ਕਿਸਾਨਾਂ ਦੇ ਵਾਸਤੇ ਜੋ ਮੈਡੀਕਲ ਦੀ ਸੇਵਾ ਚੱਲ ਰਹੀ ਹੈ, ਉਹਦੇ ਵਿੱਚ ਆਪਣਾ ਯੋਗਦਾਨ ਪਾਓ। ਇਹ ਸਾਰਿਆਂ ਦੀ ਅਰਦਾਸ ਹੋਵੇਗੀ ਜੀ 10:30 ਵਜੇ ਤੋਂ ਬਾਅਦ ਵਿੱਚ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਵੀ ਅੱਜ ਅਰਦਾਸ ਵਿੱਚ ਸ਼ਾਮਲ ਹੋਣਾ, ਕਿਸੇ ਦਾ ਜਨਮ ਦਿਨ ਹੈ, ਵੈਡਿੰਗ ਐਨਵਰਸਰੀ ਹੈ, ਜਾਂ ਬੱਚਿਆਂ ਨੇ ਨਵੇਂ ਘਰ ਲਏ ਨੇ, ਜਾਂ ਕਿਸੇ ਗੁਰਮੁਖ ਪਿਆਰੇ ਦੀ ਯਾਦ ਦੇ ਵਿੱਚ ਕੋਈ ਸਮਾਗਮ ਹੈ, ਤੇ ਸਾਧ ਸੰਗਤ ਜੀ ਇਹਨਾਂ ਦੇ ਵਿੱਚ ਆਪ ਜੀ ਸ਼ਾਮਲ ਹੋਵੋ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਦੇ ਇਸ ਸਮਾਗਮ ਦੀ ਸੇਵਾ ਲਵੋ ਜੀ। ਅੱਜ ਦੇ ਸਮੇਂ ਨੂੰ ਸਪਾਂਸਰ ਕਰਵਾਓ ਤੇ ਗੁਰੂ ਦੀ ਅਸੀਸ ਬਖਸ਼ੀਸ਼ ਪ੍ਰਾਪਤ ਕਰੋ। ਆਓ ਇੱਕ ਵਾਰੀ ਫਤਿਹ ਬੁਲਾ ਕੇ ਗੁਰੂ ਸਾਹਿਬ ਜੀ ਦੀ ਆਗਿਆ ਲੈ ਕੇ ਤੇ ਅੱਜ ਜੋ ਪੋਹ ਦਾ ਮਹੀਨਾ ਪ੍ਰਵੇਸ਼ ਕੀਤਾ ਹੈ, ਸਤਿਗੁਰੂ ਜੀ ਆਪ ਬਖਸ਼ਿਸ਼ ਕਰਕੇ ਕਥਾ ਵਿਚਾਰ ਦੀ ਸੇਵਾ ਲੈ ਲੈਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜੇਹਾ ਤੂੰ ਕਰਾਹੇ ਤੇਹਾ ਹੋਂ ਕਰੀ ਵਖਿਆਨ। दासन दास कह जन नानक
जेहा तू कराहे तेहा हों करी बखियान। सतनाम वाहिगुरु साहिब जी। पोख तुखार ना व्यापई कंठ मिलिया हर नाहा। मन बेदिया चरनार बिंद दर्शन लगड़ा साहा। पोख तुखार ना व्यापई कंठ मिलिया हर नाहा। मन बेदिया चरनार बिंद दर्शन लगड़ा साहा। ओट गोविंद गोपाल राय सेवा स्वामी लाहा। बिख्या पोहे ना सकई मिल साधु गुण गाहा। जह ते उपजी तै मिली सच्ची प्रीत समाहा। कर गह लीनी पार ब्रह्म बहुड़ ना विछड़िया। बार जाओ लख बेरिया हर सज्जन अगम आगाहा। शर्म भई नारायण नानक दर पईया। पोख सुहंदा सर्ब सुख जिस बख्शे वे परवाह। शर्म भई नारायण नानक दर पईया। पोख सुहंदा सर्ब सुख जिस बख्शे वे परवाह। वाहिगुरु जी का खालसा वाहिगुरु जी की फतेह। धन गुरु अर्जन देव जी महाराज सच्चे पातशाह जी तिन्हां दी राग माਝ ਦੇ ਵਿੱਚ ਉਚਾਰਨ ਕੀਤੀ ਹੋਈ ਪਾਵਨ ਤੇ ਪਵਿੱਤਰ ਬਾਣੀ 12 ਮਹਾ। ਇਸ ਦੇ ਵਿੱਚੋਂ ਆਪ ਜੀ ਨੇ 11ਵੇਂ ਅੰਕ ਦਾ 11ਵੇਂ ਸ਼ਬਦ ਦਾ ਪਾਠ ਸਰਵਣ ਕੀਤਾ ਹੈ। ਪੋਹ ਦੇ ਮਹੀਨੇ ਦਾ ਕਹਿ ਲਈਏ ਆਪ ਜੀ ਨੇ ਪਾਠ ਸਰਵਣ ਕੀਤਾ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ 2 12 ਮਹਾ ਹਨ। ਵੈਸੇ ਮੈਂ ਬੇਨਤੀ ਕਰਦਾ ਜਾਵਾਂ ਸਿੱਖ ਜਗਤ ਦੇ ਕੋਲ 3 12 ਮਹਾ ਦੀ ਬਾਣੀ ਹੈ। 2 12 ਮਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਹਨ ਅਤੇ 1 12 ਮਹਾ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ 2 12 ਮਹਾ ਹਨ, ਇੱਕ ਰਾਗ ਮਾਝ ਦੇ ਵਿੱਚ ਹੈ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ, ਜਿਸ ਦੇ ਵਿੱਚੋਂ ਆਪ ਜੀ ਨੇ ਇਹ ਪਾਵਨ ਪਵਿੱਤਰ ਪੋਹ ਦੇ ਮਹੀਨੇ ਦਾ ਪਾਠ ਸਰਵਣ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧਿਆਨ ਲੈ ਚੱਲੋ ਜੀ ਆਪਣਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕਿ ਆਪਾਂ ਜਿੱਥੇ ਜਿੱਥੇ ਵੀ ਬੈਠੇ ਆ ਨਾ ਜੀ, ਸਾਡੀ ਸੁਰਤ ਕਰਕੇ ਹਾਜ਼ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ੍ਹਾਂ ਸਵਾਰਿਆ, ਤਿੰਨਾਂ ਦੇ ਚਰਨਾਂ ਦੇ ਵਿੱਚ ਵੀ ਲੱਗ ਜਾਵੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਵੀ ਜਿਹੜਾ 12 ਮਾਹ ਪੜ੍ਹਿਆ ਜਾਂਦਾ ਹੈ ਸੰਗਰਾਂਦ ਵਾਲੇ ਦਿਨ, ਉਹ ਇਸੇ ਬਾਣੀ ਦੇ ਵਿੱਚੋਂ ਮਾਝ ਵਾਲਾ 12 ਮਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਲਾ ਜਿਹੜਾ 12 ਮਾਹ ਹੈ ਉਸ ਦੇ ਵਿੱਚੋਂ ਪਾਠ ਕੀਤਾ ਜਾਂਦਾ ਹੈ। ਦੂਸਰਾ 12 ਮਾਹ ਹੈ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਰਾਗ ਤੁਖਾਰੀ ਦੇ ਵਿੱਚ ਉਚਾਰਨ ਕੀਤਾ ਹੋਇਆ।
ਜਿਹੜਾ ਤੁਖਾਰੀ ਵਾਲਾ 12 ਮਾਹਾ ਹੈ, ਇਸ ਦੇ ਰਚਨਹਾਰ, ਇਸ ਦੇ ਰਚਰੇਤਾ, ਜਗਤ ਦੇ ਮਾਲਕ, ਪ੍ਰਥਮ ਸਤਿਗੁਰੂ, ਸਭ ਤੋਂ ਵੱਡੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਨ। ਪਰ ਬਹੁਤਾਤ ਦੇ ਵਿੱਚ ਪ੍ਰਚਲਿਤ ਤੌਰ 'ਤੇ ਜਿਹੜਾ 12 ਮਾਹ ਪੜ੍ਹਿਆ ਜਾਂਦਾ ਹੈ ਸਿੱਖ ਜਗਤ ਦੇ ਵਿੱਚ, ਉਹ ਰਾਗ ਮਾਝ ਵਾਲਾ ਪੜ੍ਹਿਆ ਜਾਂਦਾ ਹੈ। ਰਾਗ ਮਾਝ ਵਾਲਾ ਇਸ ਕਰਕੇ ਜ਼ਿਆਦਾ ਪੜ੍ਹਿਆ ਜਾਂਦਾ ਹੈ ਕਿਉਂਕਿ ਇਸ ਦੀ ਸ਼ਬਦਾਵਲੀ ਸੁਖੈਨ ਹੈ, ਅਤੇ ਜਿਹੜਾ ਰਾਗ ਤੁਖਾਰੀ ਵਾਲਾ 12 ਮਾਹ ਹੈ ਉਸ ਨੂੰ ਸਮਝਣ ਦੇ ਵਾਸਤੇ, ਵਿਚਾਰਨ ਦੇ ਵਾਸਤੇ ਮਨ ਦੀ ਬਹੁਤ ਜ਼ਿਆਦਾ ਇਕਾਗਰਤਾ ਚਾਹੀਦੀ ਹੈ। ਸੋ ਆਹ ਜਿਹੜਾ ਸ਼ਬਦ ਆਪ ਜੀ ਨੇ ਸਰਵਣ ਕੀਤਾ ਨਾ, ਪੋਹ ਦੇ ਮਹੀਨੇ ਦਾ, ਇਹ ਸਤਿਗੁਰੂ ਸਾਹਿਬ ਜੀ ਦੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ, ਸਤਿਗੁਰੂ ਸਾਹਿਬ ਜੀ ਮਹਾਰਾਜ ਦੇ ਪੰਨਾ 135 ਦੇ ਉੱਪਰ ਸੁਭਾਇਮਾਨ ਹੈ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 133 ਤੋਂ ਆਰੰਭ ਹੁੰਦੀ ਹੈ ਅਤੇ 136 ਪੰਨੇ 'ਤੇ ਇਸ ਬਾਣੀ ਦੀ ਸੰਪੂਰਨਤਾ ਹੈ। ਗੁਰਸਿੱਖ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਗੁਰਸਿੱਖ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਠ ਦੀਦਾਰ ਹੈ, ਪਾਠ ਵੀ ਕਰਨਾ। ਗੁਰਸਿੱਖ ਨੂੰ ਪਤਾ ਹੋਣਾ ਚਾਹੀਦਾ ਕਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕਿਹੜੇ ਅੰਗ 'ਤੇ ਹੈ। ਜਿਵੇਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਕਿਹੜੇ ਅੰਗ ਤੋਂ ਸ਼ੁਰੂ ਹੁੰਦੀ ਹੈ, ਆਸਾ ਦੀ ਵਾਰ ਕਿਹੜੇ ਅੰਗ ਤੋਂ ਸ਼ੁਰੂ ਹੁੰਦੀ ਹੈ, ਸਾਧ ਸੰਗਤ ਜੀ ਇਸੇ ਤਰ੍ਹਾਂ ਲਾਵਾਂ ਕਿਹੜੇ ਅੰਗ ਤੋਂ ਸ਼ੁਰੂ ਹੁੰਦੀਆਂ ਨੇ। ਗੁਰਸਿੱਖ ਨੂੰ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰੇ ਜਾਣਕਾਰੀ ਹੋਣੀ ਅਤੀ ਜ਼ਰੂਰੀ ਹੈ। ਸੋ ਇਹ ਬਾਣੀ ਜਿਹੜੀ ਰਾਗ ਮਾਝ ਦੇ ਵਿੱਚ ਮਹਾਰਾਜ ਨੇ ਉਚਾਰਨ ਕੀਤੀ ਹੈ, ਇਸ ਦੇ ਕੁੱਲ ਸ਼ਬਦ ਨੇ ਜੀ 14, ਮਹੀਨੇ 12 ਨੇ ਪਰ ਸ਼ਬਦ ਇਸ ਦੇ ਵਿੱਚ 14 ਨੇ, ਕਿਉਂਕਿ ਇੱਕ ਪਹਿਲਾ ਸ਼ਬਦ ਤੇ ਇੱਕ ਅਖੀਰਲਾ ਸ਼ਬਦ। ਪਹਿਲਾ ਸ਼ਬਦ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, 4 ਕੁੰਟ ਦਸ ਭਰਮੇ ਥਕ ਆਏ ਪ੍ਰਭ ਕੀ ਸੰਗ। ਪਹਿਲੇ ਸ਼ਬਦ ਤੋਂ ਸ਼ੁਰੂਆਤ ਕੀਤੀ ਮਹਾਰਾਜ ਨੇ ਬਾਣੀ ਦੀ, ਤੇ ਬਾਣੀ ਦੀ ਸੰਪੂਰਨਤਾ ਹੈ ਜੀ 14ਵੇਂ ਸ਼ਬਦ ਤੇ ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ। ਸੋ ਗੁਰੂ ਸਾਹਿਬ ਜੀ ਨੇ ਮਨੁੱਖ ਨੂੰ ਸਮਝਾਇਆ, ਮਨੁੱਖ ਨੂੰ ਉਪਦੇਸ਼ ਦੇਣ ਦਾ ਢੰਗ ਹੈ ਸਤਿਗੁਰੂ ਸਾਹਿਬ ਜੀ ਦਾ। ਜਿਵੇਂ ਅੱਤ ਦੀ ਗਰਮੀ ਵਾਲਾ ਮਹੀਨਾ ਆਇਆ, ਹਾੜ ਦਾ ਮਹੀਨਾ ਆਇਆ, ਆਸਾੜ ਤਪੰਦਾ ਤਿਸ ਲੱਗੈ ਹਰ ਨਾਹਾ ਨਾ ਜਿੰਨਾ ਪਾਸ। ਇਹਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਅੱਤ ਦੀ ਗਰਮੀ ਦਾ ਜ਼ਿਕਰ ਕੀਤਾ, ਪਰ ਨਾਲ ਮੇਰੇ ਸਤਿਗੁਰੂ ਜੀ ਨੇ ਇਹ ਵੀ ਜ਼ਿਕਰ ਕਰ ਦਿੱਤਾ ਕਿ ਇਹ ਮਹੀਨਾ ਉਹਨਾਂ ਵਾਸਤੇ ਤਪਦਾਇਕ ਹੈ, ਤਪਸ਼ ਵਾਲਾ ਹੈ, ਜਿਹੜੇ ਮਾਲਕ ਨੂੰ ਨਹੀਂ ਮਿਲੇ, ਜਿਹੜੇ ਮਾਲਕ ਦੇ ਨਾਲੋਂ ਵਿਛੜੇ ਹੋਏ ਨੇ, ਜਿਨ੍ਹਾਂ ਦੀ ਮਾਲਕ ਦੇ ਨਾਲੋਂ ਦੂਰੀ ਪਈ ਹੋਈ ਹੈ, ਤੇ ਜਿਹੜੇ ਮਾਲਕ ਦੇ ਨਾਲ ਜੁੜੇ ਹੋਏ ਨੇ ਨਾ ਜੀ, ਉਹ ਹਾੜ ਦੇ ਮਹੀਨੇ ਦੇ ਵਿੱਚ ਇੰਨੀ ਤਪਸ਼ ਦੇ ਵਿੱਚ ਵੀ ਰਹਿ ਕੇ ਠੰਡੇ ਰਹਿੰਦੇ ਨੇ, ਸ਼ਾਂਤ ਚਿੱਤ ਰਹਿੰਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਤ ਦੀ ਗਰਮੀ ਤੇ ਸਤਿਗੁਰੂ ਸਾਹਿਬ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਪਰ ਹਿਰਦਾ ਸ਼ਾਂਤ ਹੈ। ਜਿਨ੍ਹਾਂ ਨੂੰ ਮਾਲਕ ਮਿਲਿਆ ਹੈ ਉਹ ਤੇ ਸ਼ਾਂਤ ਚਿੱਤ ਨੇ। ਇਸੇ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਇਹ ਪੋਹ ਦੇ ਮਹੀਨੇ ਦਾ ਜ਼ਿਕਰ ਕੀਤਾ, ਜਿੱਥੇ ਹਾੜ ਦੇ ਮਹੀਨੇ ਵਿੱਚ ਅੱਤ ਦੀ ਤਪਸ਼ ਦਾ ਜ਼ਿਕਰ ਹੈ, ਉੱਥੇ ਪੋਹ ਦੇ ਮਹੀਨੇ ਦੇ ਵਿੱਚ ਅੱਤ ਦੀ ਠੰਡਕ ਦਾ ਜ਼ਿਕਰ ਹੈ। ਅੱਤ ਦੀ ਠੰਡ ਪੈਂਦੀ ਹੈ, ਅੱਤ ਦੀ ਸਰਦੀ ਪੈਂਦੀ ਹੈ ਇਸ ਮਹੀਨੇ ਦੇ ਵਿੱਚ। ਸੋ ਸਤਿਗੁਰੂ ਸਾਹਿਬ ਜੀ ਨੇ ਜਦੋਂ ਪੋਹ ਦੇ ਮਹੀਨੇ ਦਾ ਜ਼ਿਕਰ ਕੀਤਾ, ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਹਾ। ਤੁਸੀਂ ਦੇਖਿਆ ਹੋਣਾ ਇੰਡੀਆ ਦੇ ਵਿੱਚ ਵੀ, ਇਸ ਕੰਟਰੀ ਦੇ ਵਿੱਚ ਵੀ ਕੱਕਰ ਪੈਂਦਾ ਜੀ, ਕੋਰਾ ਪੈਂਦਾ।
अत दी ठंड हो जाती है। तो इस महीने दे विच आपां देखते हाँ पोह दा महीना, खास करके इस महीने दे विच बजुर्गां नूं अते बच्चिआं नूं ये ठंड बहुत सतांदी है। अत दी गर्मी दे विच भी बजुर्गां दा ते बच्चिआं दा ख्याल रखना पैंदा ते अत दी ठंड जिहड़ी है ना, क्योंकि ये जिहड़ी ठंड है ये बच्चिआं ते अते बजुर्गां ते बहुत जल्दी असर करदी है। तुसीं देखो घर दे विच कोई बजुर्ग होवे ना जी, उहनूं कहने आ भी जिहड़ा धुੱਪ चढ़ जावे, सूरज दा निघ हो जावे, फिर इसनूं बाहर कड्डांगे। इसे तरह बच्चिआं दा भी ख्याल रखना पैंदा है। पर इस पोह दे महीने दे विच आपां देखदे हां एक पासे वो बिरध शरीर है, बिरध माता है, माता गुजरी जी ठंडे बुरज दे विच बहुत जरूरी है पोह दे महीने दे विच ये जिक्र करना। माता गुजरी जी ठंडे बुरज दे विच बजुर्ग शरीर है ना जी, ते दूसरा बच्चों का जिक्र कर रहे सन, छोटिया जिंदा वड्डे साके ते नाल छोटे छोटे, भावें उम्र करके छोटे सन पर बड़े वड्डे महान कार्य कीते ने। साडे बाबे सन बाबा जोरावर सिंह जी ते बाबा फतेह सिंह जी। जिहड़ा ठंडा बुरज है ना जी, वो केवल सियाल विच ही ठंडा नहीं सी, केवल सर्दियां दे विच ही ठंडा नहीं सी। कहंदे ने वो गर्मियां दे विच भी वजीर खां ने अपना गर्मी तो बचन दे वास्ते बनाया सी, वो गर्मियां दे विच भी ठंडा सी। ते जिहड़ा गर्मियां दे विच भी ठंडा होवे, जरा क अंदाजा लगाओ सियाल दे विच किन्ना क ठंडा होवेगा। ते उत्थे कोई आओ भगत करन वाला थोड़ा सी। माता गुजरी जी नूं जां साहिबजादिआं नूं पियाओ जी आयां नूं कोई रजाइयां तलाइयां देण वाला थोड़ा सी। पर उस अत दी ठंड दे विच पोह दे महीने दे विच कलगीधर पातशाह जी दे सत्कारयोग माता जी हन अते कलगीधर पातशाह जी दे छोटे साहिबजादे हन। सूरज एक ही है, सूरज एको रुत अनेक, पर सूरज का प्रभाव समय समय ते वख वख पैंदा। महाराज जी ने गुरबाणी विच बचन कीते ने, जेही रुत काया सुख तेहा तेहो जेही देही। पे जिस तरह की रुत होवे ना जी, शरीर उस तरह का प्रभाव कबूल करता है। जे अत की गर्मी है तो मनुख के शरीर का सुभाव ये गर्मी तो बचन वास्ते उपराले करता है। जे अत की ठंडक है तो मनुख का सुभाव ठंड तो बचन के वास्ते उपराले करता है। जदों अत की गर्मी पैंदी है उस वेले मनुख सूरज के सेक तो, सूरज की तपश तो बचना चाहता है। पर जदों अत की ठंडक पैंदी है, सूरज वही एक ही है, पर उस दे विच ये सूरज की रोशनी दे विच सूरज दे गरमाइश लानी चाहता है, धुप दे विच बैठना चाहता है। सतगुरु साहब जी ने सानू बड़ा कुछ समझाया कि ए मनुख तेरे शरीर दे विच दुख भी आनगे, तेरे शरीर दे विच मुश्किलां भी आनगियां, पर तेरा ये काम है कि उस मालक वाहिगुरु दे दिते हुए दुख ते सुख दे विच उस दी रजा दे विच राजी रहना। सो आओ महीने दी विचार दी आरंभता करिए। सतगुरु साहब जी बचन कर रहे ने, शुरुआत कर रहे ने, पोख तुखार ना व्यापई कंठ मिलिया हर नाहा, मन बेदया चरनार बिंद दर्शन लगड़ा साहा। पोह दे महीने दे विच उन्हां नूं कोरा कठोरता नहीं व्यापदी। किन्हां नूं? जिन्हां दे गले दे विच, जिन्हां दे हिरदे दे विच वो परमात्मा वस गया, जिन्हां नूं उस परमात्मा दा मिलाप हो गया। एक कवि ने बड़ियां सुंदर लाइनां लिखियां ने,
ਜਿਵੇਂ ਜਿਵੇਂ ਸਿਆਲ ਆਈ ਜਾਂਦਾ ਏ, ਕਲਗੀਧਰ ਪਾਤਸ਼ਾਹ ਦਾ ਖਿਆਲ ਆਈ ਜਾਂਦਾ ਏ। ਜਿਵੇਂ ਜਿਵੇਂ ਸਿਆਲ ਆਈ ਜਾਂਦਾ ਏ, ਕਲਗੀਧਰ ਪਾਤਸ਼ਾਹ ਦਾ ਖਿਆਲ ਆਈ ਜਾਂਦਾ ਹੈ। ਫਿਰ ਸਤਿਗੁਰੂ ਜੀ ਪੋਹ ਦਾ ਮਹੀਨਾ ਤੇ ਤੁਹਾਡੇ ਜੀਵਨ ਦੇ ਉਹ 7 ਦਿਨ, ਉਹ 7 ਰਾਤਾਂ, ਆਨੰਦਪੁਰ ਸਾਹਿਬ ਜੀ ਦੇ ਕਿਲੇ ਨੂੰ ਛੱਡਣਾ, ਸਰਸਾ ਨਦੀ ਤੇ ਪਰਿਵਾਰ ਵਿਛੋੜਾ ਹੋਣਾ, ਪਰਿਵਾਰ ਖੇਰੂ ਖੇਰੂ ਹੋ ਜਾਣਾ, ਵੱਡੇ ਸਾਹਿਬਜ਼ਾਦੇ ਚਮਕੌਰ ਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਜਾਂਦੇ ਨੇ, ਛੋਟੇ ਸਾਹਿਬਜ਼ਾਦੇ ਜੋ ਹਨ ਉਹ ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਜਾਂਦੇ ਨੇ। ਮਾਤਾ ਗੁਜਰੀ ਕੌਰ ਜੀ, ਉਹਨਾਂ ਦਾ ਸਾਧ ਸੰਗਤ ਜੀ ਵਿਛੋੜਾ। ਮੈਂ ਕਹਿੰਦਾ ਕਲਗੀਧਰ ਪਾਤਸ਼ਾਹ ਤੇਰੇ ਵਰਗਾ ਸੰਸਾਰ ਦੇ ਵਿੱਚ ਨਾ ਕੋਈ ਹੋਇਆ ਤੇ ਨਾ ਹੀ ਕੋਈ ਹੋ ਸਕਦਾ। ਗੁਰੂ ਤਾਂ ਸੰਸਾਰ ਵਿੱਚ ਬੜੇ ਦੇਖੇ, ਪਰ ਕਲਗੀਧਰ ਪਾਤਸ਼ਾਹ ਜਿਹਾ ਗੁਰੂ ਨਾ ਕੋਈ ਹੋਇਆ ਨਾ ਕੋਈ ਹੋਣਾ। ਹਫ਼ਤੇ ਦੇ ਵਿੱਚ ਪਰਿਵਾਰ ਦੇ 5 ਮੈਂਬਰ ਚਲੇ ਜਾਣੇ, ਪਰ ਕਿਸੇ ਨੂੰ ਵੀ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਕਿਸੇ ਦਾ ਸੰਸਕਾਰ ਨਹੀਂ ਕੀਤਾ, ਆਪਣੇ ਹੱਥੀਂ ਕਿਸੇ ਨੂੰ ਅੰਤਮ ਇਸ਼ਨਾਨ ਨਹੀਂ ਕਰਾਇਆ। ਤੇ ਫਿਰ ਵੀ ਉਸ ਹਾਲਾਤ ਦੇ ਵਿੱਚ ਬੈਠ ਕੇ ਵੀ ਕਹਿ ਰਹੇ ਨੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਸਾਡੇ ਬਜ਼ੁਰਗ ਦੱਸਿਆ ਕਰਦੇ ਸਨ ਕਿ ਪੋਹ ਦੇ ਮਹੀਨੇ ਦੇ ਵਿੱਚ ਨਾ ਜੀ, ਲੋਕ ਪਹਿਲਾਂ ਕੋਈ ਖੁਸ਼ੀ ਦਾ ਕਾਰਜ ਨਹੀਂ ਸੀ ਕਰਦੇ, ਕੋਈ ਵਿਆਹ ਕਾਰਜ, ਕੋਈ ਕੁੜਮਾਈ, ਕੋਈ ਆਨੰਦ ਕਾਰਜ ਨਹੀਂ ਸਨ ਕਰਦੇ। ਪਰ ਅੱਜ ਉਹ ਅਕਿਰਤ ਕੰਨ ਲੋਕ ਨੇ ਜਿਹੜੇ ਇਸ ਪੋਹ ਦੇ ਮਹੀਨੇ ਦੇ ਵਿੱਚ ਵੀ ਕਲਗੀਧਰ ਪਾਤਸ਼ਾਹ ਜੀ ਦੇ ਪਰਉਪਕਾਰਾਂ ਨੂੰ ਭੁੱਲ ਕੇ ਤੇ ਇਹਨਾਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ। ਇਸ ਲਈ ਆਹ ਜਿਹੜਾ ਮਹੀਨਾ ਹੈ, ਕੁਰਬਾਨੀਆਂ ਭਰਿਆ ਮਹੀਨਾ ਹੈ, ਆਪਾਂ ਇਸ ਤੋਂ ਸੇਧ ਲੈਣੀ ਹੈ। ਤੇ ਮੇਰੇ ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ੁਰੂਆਤ ਕਰ ਰਹੇ ਨੇ। ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹਾ, ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹਾ। ਉਹਨਾਂ ਦਾ ਮਨ ਜਿਹੜਾ ਵਿੰਨਿਆ ਗਿਆ ਪ੍ਰਭੂ ਦੇ ਸੋਹਣੇ ਚਰਨ ਕਮਲਾਂ ਦੇ ਨਾਲ। ਤੇ ਹੁਣ ਅੰਦਰ ਭਾਵਨਾ ਕੀ ਬਣੀ ਹੈ ਜੀ? ਦਰਸ਼ਨਾਂ ਦੀ। ਤੇ ਦਰਸ਼ਨ ਹੋਰ, ਦਰਸ ਤੇਰੇ ਕੀ ਪਿਆਸ ਮਨ ਲਾਗੀ। ਹੈ ਵਾਹਿਗੁਰੂ ਜੀ, ਤੁਹਾਡੇ ਦਰਸ਼ਨਾਂ ਦੀ ਮੈਨੂੰ ਪਿਆਸ ਲੱਗੀ ਹੈ। ਤੋਰ ਭਜਨ ਕੀ ਰਹੇ ਪਿਆਸਾ। ਬੜੇ ਪਿਆਰੇ ਬਚਨ। ਦੇਹੋ ਦਰਸ ਸੁਖ ਦਾਤਿਆ, ਮੈਂ ਗਲ ਵਿੱਚ ਲਿਹੋ ਮਿਲਾਏ ਜਿਓ। ਐਸੀ ਅਵਸਥਾ ਕਿਤੇ ਬਣੇ ਨਾ, ਪਤਾ ਨਹੀਂ ਉਹ ਲੋਕ ਕਿੱਦਾਂ ਇੰਨੇ ਦਿਨ ਕੱਢ ਲੈਂਦੇ ਨੇ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਕਰਦੇ, ਗੁਰੂ ਦੀ ਹਜ਼ੂਰੀ ਦੇ ਵਿੱਚ ਨਹੀਂ ਜਾਂਦੇ। ਗੁਰਸਿੱਖਾ, ਕੋਸ਼ਿਸ਼ ਕਰਿਆ ਕਰ ਜਿੰਨਾ ਵੱਧ ਤੋਂ ਵੱਧ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਸਕੇ। ਤੇ ਮੇਰੇ ਗਰੀਬ ਨਿਵਾਜ ਸਤਿਗੁਰੂ ਜੀ ਅੱਗੇ ਬਚਨ ਕਰ ਰਹੇ ਨੇ। ਓਟ ਗੋਬਿੰਦ ਗੋਪਾਲ ਰਾਏ, ਸੇਵਾ ਸੁਆਮੀ ਲਹਾ। ਆ 3 ਸ਼ਬਦ ਜਿਹੜੇ ਆਏ ਨਾ, ਗੋਬਿੰਦ, ਗੋਪਾਲ ਤੇ ਰਾਏ, ਇਹ ਤਿੰਨੇ ਸ਼ਬਦ ਉਸ ਅਕਾਲ ਪੁਰਖ, ਉਸ ਪ੍ਰਭੂ ਪਰਮਾਤਮਾ ਜੀ ਵਾਸਤੇ ਨੇ। ਗੋਬਿੰਦ ਧਰਤੀ ਦੇ ਜੀਵਾਂ ਦਾ ਆਸਰਾ, ਧਰਤੀ ਦੇ ਜੀਵਾਂ ਦੀ ਪ੍ਰਤਪਾਲਨਾ ਕਰਨ ਵਾਲਾ। ਗੋਪਾਲ ਇਹ ਵੀ ਸਾਧ ਸੰਗਤ ਜੀ ਸਾਰੀ ਧਰਤੀ ਦੀ ਪਾਲਣਾ ਕਰਨ ਵਾਲਾ। ਰਾਏ ਵੀ ਪਰਮਾਤਮਾ ਵਾਸਤੇ, ਜਿਹੜੇ ਉਸ ਮਾਲਕ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਉਹ ਜੀਵਨ ਦਾ ਲਾਹਾ ਲੈ ਲੈਂਦੇ ਨੇ। ਗੁਰਮੁਖ ਲਾਹਾ ਲੈ ਗਏ, ਮਨ ਮੁਖ ਚੱਲੇ ਮੂਲ ਗਵਾਏ ਜਿਓ। ਗੁਰਮੁਖ ਜਨ ਜਿਹੜੇ ਜੀਵਨ ਦਾ ਲਾਹਾ ਲੈ ਗਏ ਤੇ ਜਿਹੜੇ ਮਨਮੁਖ ਨੇ ਉਹ ਮੂਲ ਵੀ ਗਵਾ ਕੇ ਚਲੇ ਜਾਂਦੇ ਨੇ।
ਵਿਖਿਆ ਪੋਹੇ ਨ ਸਕਈ, ਮਿਲ ਸਾਧੂ ਗੁਣ ਗਾਹਾ। ਇੱਥੇ ਸਾਧੂ ਦੇ ਅਰਥ ਕਰਾਂਗੇ ਗੁਰੂ, ਜਿਨ੍ਹਾਂ ਨੇ ਗੁਰੂ ਦੀ ਸੰਗਤ ਕਰ ਲਈ, ਜਿਹੜੇ ਗੁਰੂ ਦੇ ਨਾਲ ਜੁੜ ਗਏ, ਜਿਹੜੇ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਪ੍ਰਮਾਤਮਾ ਦੇ ਗੁਣਾਂ ਦਾ ਗਾਹਾ ਪਾਉਂਦੇ ਹਨ। ਗਾਹਾ ਪਾਣਾ, ਪ੍ਰਮਾਤਮਾ ਦੇ ਗੁਣਾਂ ਦਾ ਵਰਣਨ ਕਰਨਾ, ਮਾਲਕ ਦੀ ਸਿਫਤ ਕਰਨੀ। ਗਰੀਬ ਨਿਵਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਫਿਰ ਉਹਨਾਂ ਨੂੰ ਆ ਵਿਸ਼ਿਆਂ ਵਿਕਾਰਾਂ ਦੇ ਜ਼ਹਿਰ ਰੂਪੀ ਜਿਹੜੇ ਵਿਕਾਰ ਨੇ ਨਾ ਜੀ, ਇਹ ਪੋ ਨਹੀਂ ਸਕਦੇ। ਜਿਹੜੇ ਸਾਧ ਸੰਗਤ ਜੀ ਗੁਰੂ ਦੀ ਸੰਗਤ ਦੇ ਵਿੱਚ ਆ ਗਏ, ਜਿਹੜੇ ਗੁਰੂ ਦੇ ਨਾਲ ਜੁੜ ਗਏ, ਹੁਣ ਉਹਨਾਂ ਨੂੰ ਕਾਮ ਸਤਾਉਂਦਾ ਨਹੀਂ, ਕ੍ਰੋਧ ਉਹਨਾਂ 'ਤੇ ਆਪਣਾ ਜ਼ੋਰ ਨਹੀਂ ਪਾਉਂਦਾ, ਲੋਭ ਮੋਹ ਹੰਕਾਰ ਤੋਂ ਉਹ ਬਚ ਜਾਂਦੇ ਨੇ। ਤੇ ਉਹਨਾਂ ਦੇ ਜੀਵਨ ਦੇ ਵਿੱਚ ਕੀ ਆ ਜਾਂਦਾ ਹੈ? ਸਤ, ਸੰਤੋਖ, ਇਹ ਸਾਰਾ ਕੁਝ ਉਹਨਾਂ ਦੇ ਜੀਵਨ ਦੇ ਵਿੱਚ ਆ ਜਾਂਦਾ ਹੈ। ਤੇ ਸਾਹਿਬ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਜਹ ਤੇ ਉਪਜੀ ਤਹ ਮਿਲੀ, ਸੱਚੀ ਪ੍ਰੀਤ ਸਮਹਾ। ਤੇ ਜਿਸ ਪਰਮਾਤਮਾ ਤੋਂ ਇਹ ਉਪਜੀ ਹੈ ਜੀਵ ਰੂਪੀ ਇਸਤਰੀ, ਉਸੇ ਪਰਮਾਤਮਾ ਦੇ ਵਿੱਚ ਇਸ ਦਾ ਫਿਰ ਮਿਲਾਪ ਹੋ ਜਾਂਦਾ, ਉਸੇ ਪਰਮਾਤਮਾ ਦੇ ਵਿੱਚ ਇਹ ਲੀਨ ਹੋ ਜਾਂਦੀ ਹੈ। ਸਾਹਿਬ ਜੀ ਦੇ ਬੜੇ ਪਿਆਰੇ ਬਚਨ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ, ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਿਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਨੇ, ਉਹ ਪਾਣੀ ਭਾਵੇਂ ਨਦੀਆਂ, ਨਾਲਿਆਂ, ਟੋਬਿਆਂ, ਸਰੋਵਰਾਂ ਦਾ ਹੋਵੇ, ਜਦੋਂ ਉਹ ਸਮੁੰਦਰ ਦੇ ਵਿੱਚ ਮਿਲ ਜਾਂਦਾ ਫਿਰ ਉਸ ਨੂੰ ਵੱਖ ਕਰਨਾ ਨਾਮੁਮਕਿਨ ਹੋ ਜਾਂਦਾ ਹੈ। ਉਸ ਦੀ ਪਹਿਚਾਣ ਕਰਨੀ, ਉਦੋਂ ਤੇ ਅਵਸਥਾ ਇਹ ਬਣ ਜਾਂਦੀ ਹੈ, ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਨੋ ਮਾਨਸ ਦੇਹਾ। ਕਿਹੜੀ ਅਵਸਥਾ ਬਣ ਗਈ? ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ। ਰੱਬ ਜੀ ਹੁਣ ਤੇਰੇ ਵਿੱਚ ਤੇ ਮੇਰੇ ਵਿੱਚ, ਮੇਰੇ ਵਿੱਚ ਤੇ ਤੇਰੇ ਵਿੱਚ ਕੋਈ ਅੰਤਰ ਹੀ ਨਹੀਂ ਰਿਹਾ। ਇਹ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਣੀ। ਇਹ ਹਉਮੈ ਵਾਲੇ ਬਚਨ ਨਹੀਂ, ਇਹ ਹੰਕਾਰ ਵਾਲੇ ਬਚਨ ਨਹੀਂ, ਇਹ ਸਾਧ ਸੰਗਤ ਉਸ ਦੀ ਪ੍ਰਾਪਤੀ ਵਾਲੇ ਬਚਨ ਨੇ ਕਿ ਹੁਣ ਤੇ ਇੱਕ ਹੋ ਗਏ। ਦਵੈ ਤੈ ਏਕ ਰੂਪ ਹੋਏ ਗਿਓ, ਦੋਵਾਂ ਤੋਂ ਇੱਕ ਰੂਪ ਹੋ ਗਏ। ਤੇ ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਕਿ ਹੇ ਮਾਲਕਾ, ਹੇ ਵਾਹਿਗੁਰੂ, ਜਦੋਂ ਤੇਰੇ ਨਾਲ ਐਸਾ ਪਿਆਰ ਬਣ ਗਿਆ, ਐਸੀ ਪ੍ਰੀਤ ਬਣ ਗਈ, ਫਿਰ ਤੇਰੇ ਵਿੱਚ ਲੀਨਤਾ ਹੋ ਗਈ। ਕਰ ਗਏ ਲੀਨੀ ਪਾਰ ਬ੍ਰਹਮ, ਬਹੁੜ ਨਾ ਵਿਛੜਿਆ ਹੋ। ਤੇ ਜਿਨ੍ਹਾਂ ਦਾ ਪ੍ਰਭੂ ਪਰਮਾਤਮਾ ਨੇ ਹੱਥ ਪਕੜ ਲਿਆ ਤੇ ਉਹ ਫਿਰ ਦੁਬਾਰਾ ਵਿਛੜਦੀਆਂ ਨੇ। ਤੁਸੀਂ ਦੇਖਿਆ ਹੋਣਾ ਪੁਰਾਣੇ ਸਮਿਆਂ ਦੇ ਵਿੱਚ ਮੇਲੇ ਲੱਗਦੇ ਸਨ, ਤੇ ਉਹਨਾਂ ਮੇਲਿਆਂ ਦੇ ਵਿੱਚ ਕੀ ਹੁੰਦਾ ਸੀ ਜੀ? ਛੋਟਾ ਬੱਚਾ ਹੋਣਾ, ਬਾਪ ਨੇ ਬੱਚੇ ਦਾ ਹੱਥ ਪਕੜ ਲੈਣਾ, ਤੇ ਬੱਚੇ ਦਾ ਹੱਥ ਪਕੜਨਾ, ਜੋ ਬਾਪ ਨੇ ਬੱਚੇ ਦਾ ਹੱਥ ਪਕੜਿਆ, ਉਹ ਇਸ ਗੱਲ ਦਾ ਸੰਕੇਤ ਹੈ ਕਿ ਇਹ ਬੱਚਾ ਕਿਤੇ ਮੇਰੇ ਤੋਂ ਵਿਛੜ ਨਾ ਜਾਵੇ, ਇਹ ਬੱਚਾ ਕਿਤੇ ਮੇਰੇ ਤੋਂ ਦੂਰ ਨਾ ਚਲੇ ਜਾਵੇ, ਇਹ ਬੱਚਾ ਕਿਤੇ ਮੇਰੇ ਕੋਲ ਗਵਾਚ ਨਾ ਜਾਵੇ। ਬਾਪ ਦਾ ਹੱਥ ਫੜਿਆ ਤੇ ਬੱਚੇ ਨੂੰ ਇਹ ਭਰੋਸਾ ਹੈ ਕਿ ਇਹ ਮੇਰਾ ਪਿਤਾ ਜੋ ਹੈ, ਜਿਹੜਾ ਮੇਰਾ ਬਾਪ ਹੈ, ਇਹ ਮੈਨੂੰ ਆਪਣੇ ਤੋਂ ਵਿਛੜ ਨਹੀਂ ਦੇਵੇਗਾ। ਇੱਕ ਬੜੀ ਸੁੰਦਰ ਗਾਥਾ ਦਾ ਜ਼ਿਕਰ ਹੈ ਕਿ ਇੱਕ ਵਾਰੀ ਪਾਣੀ ਦੇ ਵਿੱਚੋਂ ਲੰਘਣਾ ਸੀ। ਇਹ ਇੱਕ ਪਿਓ ਤੇ ਇੱਕ ਧੀ, ਤੇ ਉਸ ਵੇਲੇ ਪਿਓ ਨੇ ਆਖਿਆ, ਬੇਟੀ ਇੰਜ ਕਰ,
तू मेरा हथ पकड़ लै, पानी दे विचों आपां लंघना, पानी दे विचों पार होना, तां जो कि असीं सुरੱਖਿਅਤ ਜਿਹੜਾ पानी दे विचों पार हो सकीए, पानी दे विचों लंघ सकीए। ते बेटी ने आख्या पिता जी नहीं, मैं तुहाडा हथ नहीं पकड़ांगी, तुसीं मेरा हथ पकड़ो। ते पिता ने आख्या बेटा फर्क की होया, जे तू मेरा हथ पकड़ लेंगी तां भी पार लंघ जावांगे, जे मैं पकड़ांगा। ते बच्ची कहन लगी नहीं पिता जी, जे मैं तुहाडा हथ पकड़ांगी ना, तो हो सकता है मेरे शरीर दे विच इतना जोर नहीं, उन्ना बल नहीं, उन्नी समर्था नहीं, किधरे मेरा हथ छुट जावे। पर पिता जी जेकर तुसी मेरा हथ पकड़ोगे तो मैनू ये पूर्ण भरोसा है कि तुसी पूर्ण विश्वास दे नाल, पूर्ण भरोसे दे नाल मैनू इस तो पार लंघा दोगे। मोको बाहां दे, बाहां दे, बाहां दे बाप बीठला। इस करके गरीब नवाज सतगुरु जी बख्शिश कर रहे हैं, जिन्हां ने उस मालिक वाहिगुरु प्रभु परमात्मा का ओट आसरा लिया, तो जिन्हां दा आसरा वो परमात्मा बन गया, वो दोबारा कभी भी विछड़ते नहीं। बाहर जाओ लख बेरियां, हर सज्जन अगम आगाह। जिहड़ा मालिक वाहिगुरु अगम है, जिस तक साडी पहुँच नहीं हो सकती, जिस दे मालिक वाहिगुरु दे गुनाह दा अंत नहीं पाया जा सकता, मैं उस मालिक वाहिगुरु तो बार बार सदके सदके जाना, कुर्बान कुर्बान जाना। शर्म भई नारायण नानक दर पईया। जिहड़ा उस मालिक वाहिगुरु दी शरण विच चलिया जांदा ना, जो शरण आवे तिस कंठ लावे, ए बिरद सुवामी संदा। ते इस शब्द की व्याख्या करते हुए सिख जगत के महान विद्वान ਗਿਆਨੀ ਪਿੰਦਰਪਾਲ ਸਿੰਘ जी उन्होंने नाल ये शब्द दियां पंक्तियां पढ़ियां। हर जन राखे गुरु गोबिंद, कंठ लाए अवगन सा मेटे, दयाल पुरख बख्शा। उस तो अगलियां पगलियां पंक्तियां भी पढ़ लीए। जो मांगै ठाकर अपने ते, सोई सोई देवै, नानक दास मुख ते जो बोलै, इहाँ उहाँ सच होवे। सतगुरु साहब जी ये पौह दे महीने का जो उपदेश संदेश देंदे ने, इस दी सब तो अखीर वाली पंक्ति है जी इस शब्द की। आओ बड़े प्यार दे नाल अखीर वाली पंक्ति ये सरवण करो। पोख सुहंदा सर्ब सुख, जिस बख्शे वे परवाह। पोह दे महीने का उपदेश संदेश मेरे साहब जी ने जदों बख्शिश किया, तो साहब जी बख्शिश करते हैं कि ये पोह का महीना उन्हां वास्ते शुभदायक है, उन्हां वास्ते सुखदायक है। उन्होंने सारे सुख मिलते हैं, किन्हां नूं? जिस बख्शे वे परवाह, जिन्हां ते वो वे परवाह प्रभु परमात्मा जी वाहिगुरु जी जिन्हां ते बख्शिश कर देंदे ने। ते आओ असीं भी अरदास करिए, मालका साडे ते भी ये बख्शिश कर, साडे ते भी ये रहमत कर कि आ जिहड़े सुख ने ये सानू भी मिल सकन। सतगुरु साहब जी पोह दे महीने दे विच ये जिहड़े बचन कर रहे ने, ते अज देखो एक सज्जन ने, एक विद्वान ने बड़ा प्यारा बचन लिखिया सी। कहंदा पे साल की शुरुआत भी कलगीधर पातशाह जी दे अवतार दिहाड़े दे नाल होंदी है। सतगुरु साहब जी का अवतार दिहाड़ा जिवें जनवरी दे विच आंदा है, ते साल की संपूर्णता भी कलगीधर पातशाह जी दे इन्हां महान शहादतां दे नाल, इन्हां महान कुर्बानियां दे नाल होंदी है। सो पोह दा महीना जिहड़ा आया, पोह लुट के लै गया मोह साडा। पोह दे विच जिन्नियां शहादतां होईयां ने, ये शहादतां भरिया महीना है, तो इन्हां शहादतां नूं चेते करवा रहा है अज जो इंडिया दे विच 2020 दे विच, क्योंकि ये जिहड़ी कथा है अकाल चैनल दे राहीं संगतां ने बार बार सरवण करनी है। तो जो 2020 चल रहा है, 2020 चल रहा है, इस दे विच
ਦਿੱਲੀ ਦੇ ਵਿੱਚ ਜਿਹੜੇ ਕਿਸਾਨ ਹਨ ਉਹ ਵੀ ਆਪ ਜੀ ਬੈਠੇ ਦੇਖ ਰਹੇ ਹੋ ਅੰਦੋਲਨ ਦੇ ਵਿੱਚ ਬੈਠੇ ਹੋਏ ਨੇ, ਤੇ ਉਹਨਾਂ ਦੇ ਵਾਸਤੇ ਵੀ ਆਪਾਂ ਅਰਦਾਸ ਕਰੀਏ, ਉਹਨਾਂ ਵਾਸਤੇ ਵੀ ਪ੍ਰਾਰਥਨਾ ਕਰੀਏ ਕਿ ਮਹਾਰਾਜ ਜੀ ਉਹਨਾਂ ਨੂੰ ਵੀ ਸਫਲਤਾ ਬਖਸ਼ਿਸ਼ ਕਰਨ। ਉਹ ਵੀ ਆਪਣੇ ਜੋ ਭਾਵਨਾ ਲੈ ਕੇ ਬੈਠੇ ਨੇ ਮਹਾਰਾਜ ਉਹਨਾਂ ਤੇ ਵੀ ਮਿਹਰ ਭਰਿਆ ਬਖਸ਼ਿਸ਼ ਭਰਿਆ ਹੱਥ ਰੱਖਣ। ਤੇ ਅੱਜ ਸਾਧ ਸੰਗਤ ਤੋਂ ਸਮਾਂ ਯਾਦ ਆ ਰਿਹਾ ਹੈ ਜਦੋਂ ਕਿ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਉਹ ਛੋਟੀ ਛੋਟੀ ਉਮਰ ਦੇ ਬੱਚੇ ਵੀ ਅੱਜ ਕਹਿ ਰਹੇ ਨੇ ਕਿ ਮੈਂ ਵੀ ਦਿੱਲੀ ਜਾਣਾ, ਮੈਂ ਵੀ ਧਰਨੇ ਤੇ ਜਾਣਾ। ਤੁਸੀਂ ਦੇਖਿਆ ਬੱਚੇ ਜਿੱਦ ਕਰ ਰਹੇ ਨੇ। ਇੱਥੇ ਦੇਖੋ ਕਲਗੀਧਰ ਪਾਤਸ਼ਾਹ ਜੀ ਕਿਆ ਕਰਦੇ ਸਨ, ਜਦੋਂ ਕੋਈ 7 ਸਾਲ ਦਾ, ਜਦੋਂ ਕੋਈ 9 ਸਾਲ ਦਾ ਤਿਆਰ ਬਰ ਤਿਆਰ ਬੱਚਾ ਮੇਰੀ ਹਜ਼ੂਰੀ ਦੇ ਵਿੱਚ ਆਵੇਗਾ, ਉਹਦੇ ਵਿੱਚੋਂ ਮੈਨੂੰ ਮੇਰਾ ਫਤਿਹ ਸਿੰਘ ਦਿਖਾਈ ਦੇਵੇਗਾ। ਤੇ ਅੱਜ ਸਾਧ ਸੰਗਤ ਜੀ ਉਹ ਛੋਟੇ ਛੋਟੇ ਬੱਚੇ ਜਿਹੜੇ ਨਾ, ਇਹ ਨਹੀਂ ਪਏ ਬਜ਼ੁਰਗ ਗਏ ਨੇ, ਨੌਜਵਾਨ ਗਏ ਨੇ, ਉਹ ਕਹਿੰਦੇ ਨੇ ਭਾਵੇਂ ਸਾਨੂੰ ਕੁਰਬਾਨੀਆਂ ਦੇਣੀਆਂ ਪੈਣ, ਭਾਵੇਂ ਸਾਨੂੰ ਸ਼ਹਾਦਤਾਂ ਦੇਣੀਆਂ ਪੈਣ। ਅੱਜ ਘਰਾਂ ਦੇ ਵਿੱਚ ਬੱਚੇ ਬੇਜਿੱਦ ਹੋਏ ਨੇ, ਛੋਟੇ ਛੋਟੇ ਬੱਚੇ 3-3 4-4 ਸਾਲ ਦੇ ਬੱਚੇ ਮੈਂ ਦੇਖ ਰਿਹਾ, ਉਹ ਵੀ ਰੋ ਰਹੇ ਨੇ। ਉਹ ਕਹਿ ਰਹੇ ਨੇ ਬਾਪੂ ਮੈਂ ਵੀ ਤੇਰੇ ਨਾਲ ਦਿੱਲੀ ਜਾਣਾ, ਮੈਂ ਵੀ ਧਰਨੇ ਤੇ ਜਾਣਾ। ਉਹਨਾਂ ਅੰਦਰ ਵੀ ਐਸੀ ਸਪਿਰਿਟ ਜਿਹੜੀ ਉਹ ਭਰੀ ਹੋਈ ਹੈ। ਮਹਾਰਾਜ ਜੀ ਕਿਰਪਾ ਕਰਨ, ਉਹਨਾਂ ਨੂੰ ਵੀ ਸਫਲਤਾ ਬਖਸ਼ਣ। ਆਪ ਸਾਰਿਆਂ ਵਾਸਤੇ ਅਰਦਾਸ ਬੇਨਤੀ ਹੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤਿਤੈ ਲੇਹੋ ਉਭਾਰ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲੈਣੀਆਂ। ਗੁਰੂ ਗਰੀਬ ਨਵਾਜ ਸਤਿਗੁਰੂ ਸਾਹਿਬ ਜੀ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਾਰੇ ਸੰਸਾਰ ਦਾ ਦੁੱਖ ਦੂਰ ਕਰੋ, ਸਾਰੇ ਸੰਸਾਰ ਦੇ ਵਿੱਚ ਠੰਡ ਵਰਤਾਓ ਤੇ ਕਿਸਾਨਾਂ ਨੂੰ ਵੀ ਸਫਲਤਾ ਬਖਸ਼ੋ। ਹੁਣ 1 ਘੰਟੇ ਵਾਸਤੇ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਸ਼ਾਂਤ ਜੋ ਹਨ, ਇਹ ਆਪ ਜੀ ਨੂੰ ਸ਼ਬਦ ਕੀਰਤਨ ਦੇ ਨਾਲ ਜੋੜਨਗੇ। ਬਾਅਦ ਵਿੱਚ ਆਪਾਂ ਆਨੰਦ ਸਾਹਿਬ ਜੀ ਦਾ ਗਾਇਨ ਕਰਕੇ ਤੇ ਸਾਰੀਆਂ ਸੰਗਤਾਂ ਵਾਸਤੇ ਅਰਦਾਸ ਬੇਨਤੀ ਹੋਣੀ ਹੈ। ਆਪ ਜੀ ਵੀ ਅਰਦਾਸ ਦੇ ਵਿੱਚ ਸ਼ਾਮਲ ਹੋਵੋ ਤੇ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਅਜੇ ਤੱਕ ਅੱਜ ਦੀ ਖਾਲੀ ਹੈ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਵੀ ਸੇਵਾ ਲਵੋ ਜੀ ਤੇ ਗੁਰੂ ਦੀ ਅਸੀਸ ਬਖਸ਼ਿਸ਼ ਪ੍ਰਾਪਤ ਕਰੋ। ਹੋਈਆਂ ਬੇਨਤ ਭੁੱਲਾਂ ਦੀ ਖਿਮਾ ਕਰ ਦੇਣੀ। ਆਓ ਪਿਆਰ ਦੇ ਸਾਥ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।